ਦੋਸਤੋ ਸਮੇਂ ਦਾ ਪਹੀਆ ਬਹੁਤ ਤੇਜ਼ੀ ਨਾਲ ਘੁੰਮ ਰਿਹਾ ਤੇ ਸਮੇਂ ਦੇ ਬਦਲਾਅ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਬਦਲਾਅ ਆਉਂਦੇ ਨੇ, ਜਿਵੇਂ ਕਿ ਰਹਿਣ ਸਹਿਣ, ਖਾਣ ਪੀਣ, ਸੋਚ ਤੇ ਸਭ ਕੁਝ ਹੋਰ। ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ, ਕੱਪੜਾ ਤੇ ਮਕਾਨ ਆਦਮੀ ਦੀਆਂ 3 ਬੇਸਿਕ ਨੈਸੈਸਿਟੀਜ਼ ਨੇ, ਤੇ ਹੁਣ ਇੱਕ ਚੌਥੀ ਚੀਜ਼ ਜੁੜ ਗਈ ਹੈ, ਉਹ ਹੈ ਇੰਟਰਨੈਟ। ਜਦੋਂ ਵੀ ਕਿਤੇ ਲਾਅ ਐਂਡ ਆਰਡਰ ਦੀ ਸਥਿਤੀ ਹੁੰਦੀ ਹੈ, ਅਸੀਂ ਅਕਸਰ ਵੇਖਦੇ ਹਾਂ ਕਿ ਗਵਰਨਮੈਂਟ ਵੱਲੋਂ ਕਰਫਿਊ ਲਗਾਇਆ ਜਾਂਦਾ ਹੈ, ਲੇਕਿਨ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਚੀਜ਼ ਬੰਦ ਕੀਤੀ ਜਾਂਦੀ ਹੈ ਉਹ ਹੈ ਇੰਟਰਨੈਟ। ਇਹੀ ਵਿਸ਼ਾ ਸਾਡੇ ਅੱਜ ਦੇ ਵਾਦ ਵਿਵਾਦ ਦਾ, ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਇਸ਼ਰਤ ਸਿੰਘ। ਸਹੀ ਗੱਲ ਕੀਤੀ ਜਤਿੰਦਰ ਜੀ, ਤੁਸੀਂ ਬੜੀ ਇੱਕ ਇੰਪੋਰਟੈਂਟ ਗੱਲ ਕੀਤੀ ਕਿ ਇੰਟਰਨੈਟ ਸਾਡੀ ਬੇਸਿਕ ਨੀਡ ਬਣਦਾ ਜਾ ਰਿਹਾ ਹੈ, ਜੋ ਮੈਨੂੰ ਲੱਗਦਾ ਬੜਾ ਗਲਤ ਹੈ। ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਟੈਕਨੋਲੋਜੀ ਦਾ ਇਸਤੇਮਾਲ ਕਰੀਏ, ਉਹਦੀ ਓਵਰ ਰਿਲਾਇੰਸ ਸਾਡੇ ਲਈ ਬਹੁਤ ਖਰਾਬ ਹੋ ਸਕਦੀ ਹੈ। ਅੱਜ ਕੱਲ੍ਹ ਇਹ ਸਾਰੇ ਜਾਣਦੇ ਹਾਂ ਕਿ WhatsApp ਫਾਰਵਰਡ ਵਗੈਰਾ ਸੋਸ਼ਲ ਮੀਡੀਆ ਤੇ ਬਹੁਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨੁਕਸਾਨ ਜ਼ਿਆਦਾ ਕਰਦੀਆਂ ਨੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੀ ਸੇਫਟੀ ਲਈ ਇਹ ਇੰਟਰਨੈਟ ਬੈਨ ਜਿਹੜਾ ਕੀਤਾ ਗਿਆ ਤਾਂ ਕਿ ਰੂਮਰਸ ਨਾ ਫੈਲਣ। ਅਸੀਂ ਪਾਸਟ ਵਿੱਚ ਇਹ ਦੇਖ ਚੁੱਕੇ ਹਾਂ ਕਿ ਹਾਂ ਸ਼ਾਇਦ ਲੋਕੀ ਥੋੜੇ ਤੰਗ ਹੁੰਦੇ ਨੇ, ਪਰ ਲੋਕਾਂ ਦੀ ਸੇਫਟੀ ਲਈ ਤਾਂ ਕਿ ਬਹੁਤ ਸਾਰੇ ਐਵੇਂ ਦੀਆਂ ਅਫਵਾਹਾਂ ਨਾ ਫੈਲਣ ਜਿਹਦੇ ਨਾਲ ਪਬਲਿਕ 'ਚ ਪੈਨਿਕ ਕ੍ਰੀਏਟ ਹੋ ਸਕਦਾ ਹੈ, ਉਹਦੇ ਲਈ ਇਹ ਸਟੈਪ ਬਹੁਤ ਜ਼ਰੂਰੀ ਹੁੰਦਾ। ਪਰ ਮੇਰੇ ਦੋਸਤ, ਫਰੀडम ਵੀ ਤਾਂ ਆਪਣੀ ਥਾਂ ਤੇ ਕੋਈ ਚੀਜ਼ ਆ ਨਾ। ਵਿਚਾਰ ਦੇਣ ਦੀ ਆਜ਼ਾਦੀ ਤੇ ਵਿਚਾਰ ਲੈਣ ਦੀ ਆਜ਼ਾਦੀ, ਵਿਚਾਰਾਂ ਦਾ ਪ੍ਰਵਾਹ। ਇੱਕ ਆਜ਼ਾਦ ਦੇਸ਼ ਦੇ ਵਿੱਚ ਜੇ ਆਪਾਂ ਖਬਰਾਂ ਇੱਕ ਦੂਜੇ ਤੱਕ ਨਹੀਂ ਪਹੁੰਚਾ ਸਕਦੇ, ਜੇ ਸੂਚਨਾਵਾਂ ਇੱਕ ਦੂਜੇ ਤੱਕ ਨਹੀਂ ਪਹੁੰਚਾ ਸਕਦੇ, ਤਾਂ ਫਿਰ ਆਜ਼ਾਦੀ ਕਿੱਥੇ ਰਹਿ ਗਈ? ਆਜ਼ਾਦੀ ਦਾ ਵੀ ਤਾਂ ਕਿਤੇ ਗਲਾ ਘੁੱਟਿਆ ਗਿਆ ਨਾ। ਇੱਕ ਕਰਫਿਊ ਦੀ ਹੀ ਇੱਕ ਦੂਜੀ ਕਿਸਮ ਨਹੀਂ ਹੋਗੀ। ਦੇਖੋ, ਜਿਹੜੀ ਕਮਿਊਨੀਕੇਸ਼ਨ ਹੈ 2 ਤਰ੍ਹਾਂ ਦੀ ਹੁੰਦੀ ਹੈ ਮੇਨ। ਇੱਕ ਹੁੰਦੀ ਹੈ ਇੰਟਰਪਰਸਨਲ, ਇੱਕ ਬੰਦੇ ਦੀ ਦੂਜੇ ਨਾਲ ਜਾਂ ਇੱਕ ਬੰਦੇ ਦੀ ਕੁਛ ਨਾਲ। ਦੂਜੀ ਹੁੰਦੀ ਹੈ ਮਾਸ ਕਮਿਊਨੀਕੇਸ਼ਨ, ਜਿਹੜੀ ਮੀਡੀਆ ਕਰਦਾ ਹੈ। ਫੋਨ ਚੱਲ ਰਹੇ ਨੇ, ਉਹਦੇ ਨਾਲ ਇੰਟਰਪਰਸਨਲ ਹੋ ਜਾਂਦੀ ਹੈ, ਤੇ ਜਿਹੜਾ ਸੂਚਨਾ ਪਹੁੰਚਾਉਣ ਦੇ ਜ਼ਰੀਏ ਨੇ ਉਹ ਤਾਂ ਬਹੁਤ ਨੇ। ਟੀਵੀ, ਅਖਬਾਰਾਂ, ਇਹ ਸਾਰਾ ਕੁਝ ਚੱਲਦਾ ਪਿਆ। ਇਹ ਤਾਂ ਇੰਟਰਨੈਟ ਵੀ ਤਾਂ ਇੱਕ ਨਵੀਂ ਚੀਜ਼ ਹੈ। ਜਦੋਂ ਪਹਿਲਾਂ ਇਹ ਨਹੀਂ ਸੀ ਤਾਂ ਕਿਹੜਾ ਫਰੀडम ਨਹੀਂ ਸੀਗੀ ਐਵੇਂ ਦੀ। ਪਰ ਮੇਰੇ ਦੋਸਤ, ਇਹਦੇ ਵਿੱਚ ਅਸੁਵਿਧਾ ਕਿੰਨੀ ਹੁੰਦੀ ਹੈ ਲੋਕਾਂ ਨੂੰ। ਕਿਸੇ ਨੇ ਪੜ੍ਹਨਾ ਹੈ, ਕਿਸੇ ਨੇ ਕੋਈ ਟਿਕਟ ਬੁੱਕ ਕਰਨੀ ਹੈ। ਅੱਜ ਕੱਲ੍ਹ ਤਾਂ ਸਾਰਾ ਕੁਝ ਇੰਟਰਨੈਟ ਦੇ ਉੱਤੇ ਆ। ਤੁਸੀਂ ਛੋਟੀ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਕੰਮ ਦੇਖ ਲਓ, ਇੰਟਰਨੈਟ ਤੋਂ ਬਿਨਾਂ ਲੋਕਾਂ ਨੂੰ ਕਿੰਨੀ ਜ਼ਿਆਦਾ ਅਸੁਵਿਧਾ ਹੋ ਰਹੀ ਹੈ। ਤੁਸੀਂ ਸਿੰਪਲ ਜੀ ਗੱਲ ਕਰ ਲਓ, ਜਿਹਦਾ ਕਿਸੇ ਦਾ ਕੋਈ ਭੈਣ ਭਾਈ ਬਾਹਰ ਬੈਠਾ, ਅੱਜ ਕੱਲ੍ਹ ਵੀਡੀਓ ਕਾਲ ਦੇ ਉੱਤੇ ਗੱਲ ਹੁੰਦੀ ਆ, ਅੱਜ ਕੱਲ੍ਹ ਇੰਟਰਨੈਟ ਕਾਲਿੰਗ ਦੇ ਜ਼ਰੀਏ ਗੱਲ ਹੁੰਦੀ ਹੈ। ਜੇ ਵੈਸੇ ਕਾਲ ਕਰਨੀ ਹੋਵੇ ਤਾਂ ਲੋਕਾਂ ਦੀ ਜੇਬ ਤੇ ਕਿੰਨਾ ਬੁਰਾ ਅਸਰ ਪੈਂਦਾ ਉਸ ਚੀਜ਼ ਦਾ। ਇੰਟਰਨੈਟ ਦੇ ਰਾਹੀਂ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਸਾਰਿਆਂ ਵਾਸਤੇ ਸੁਵਿਧਾਜਨਕ ਹੈ। ਤਾਂ ਇਸ ਸਾਰੇ ਵਰਤਾਰੇ ਦੇ ਚੱਲਦਿਆਂ ਲੋਕ ਕਿੰਨੇ ਤੰਗ ਹੋ ਰਹੇ ਆ। ਦੇਖੋ, ਬਿਲਕੁਲ ਸਹੀ ਗੱਲ ਹੈ, ਅਸੁਵਿਧਾ ਹੋ ਰਹੀ ਹੈ, ਪਰ ਸਾਨੂੰ ਹਮੇਸ਼ਾ ਨਾ ਉਹ ਤਰਾਜ਼ੂ 'ਚ ਤੋਲਣਾ ਚਾਹੀਦਾ ਕਿ ਇਹ ਅਸੁਵਿਧਾ ਹੋਣ ਕਰਕੇ ਜਿਹੜੀ ਚੀਜ਼ਾਂ ਬਚ ਰਹੀਆਂ ਨੇ, ਜਿਹੜੀ ਸੇਫਟੀ ਲੋਕਾਂ ਦੀ, ਅਫਵਾਹਾਂ ਨਾ ਫੈਲਣ ਨਾਲ ਜਿਹੜਾ ਪੈਨਿਕ ਨਹੀਂ ਕ੍ਰੀਏਟ ਹੋ ਰਿਹਾ, ਉਹ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਇਹ ਜਿਹੜੀ ਅਸੁਵਿਧਾਵਾਂ ਤੁਸੀਂ ਦੱਸੀਆਂ ਨੇ, ਮੈਂ ਬਾਰ-ਬਾਰ ਕਹਿੰਦਾ ਇੰਟਰਨੈਟ ਇੱਕ ਨਵੀਂ ਚੀਜ਼ ਹੈ ਦੁਨੀਆ 'ਚ। ਸੋ ਇਹਦੇ ਆਲਟਰਨੇਟਿਵਸ ਬਹੁਤ ਨੇ। ਸੋ ਉਹਨਾਂ ਆਲਟਰਨੇਟਿਵਸ 'ਤੇ ਵਾਪਸ ਜਾ ਸਕਦੇ ਹਾਂ। ਜਿਹੜੀ ਪੰਜਾਬ ਵਰਗੀ ਜਿਹੜੀ ਇਹ ਸਿਚੁਏਸ਼ਨ ਹੈ, ਜਿਹੜੇ ਲੋਕ ਬਾਹਰ ਗੱਲ ਨਹੀਂ ਕਰ ਪਾ ਰਹੇ, ਉਹਨਾਂ ਲਈ ਹੋਰ ਬਹੁਤ ਜ਼ਰੀਏ ਨੇ। ਇੱਕ ਵਾਰ ਫੋਨ ਲਾ ਲੈਣਗੇ ਤਾਂ ਕੋਈ ਐਡੀ ਵੱਡੀ ਗੱਲ ਹੈ ਨਹੀਂ। ਕਿ ਮੈਂ ਇਹ ਸੋਚਦਾ, ਚਲੋ ਮੇਰਾ ਪਰਸਨਲ ਓਪੀਨੀਅਨ ਹੈ, ਹੋ ਸਕਦਾ ਲੋਕਾਂ ਨੂੰ ਰੋਜ਼ ਗੱਲ ਕਰਨਾ ਬਹੁਤ ਜ਼ਰੂਰੀ ਹੋਵੇ, ਪਰ ਇਹ ਜਿਹੜੀ ਅਸੁਵਿਧਾ ਹੈ ਇਹ ਇੰਨੀ ਵੱਡੀ ਨਹੀਂ ਹੈ ਕਿ ਅਸੀਂ ਲੋਕਾਂ ਦੀ ਸੇਫਟੀ ਦੇ ਉੱਤੇ ਇਹਨੂੰ ਲੈ ਕੇ ਆਈਏ। ਇਹ ਜੇ ਸਿਚੁਏਸ਼ਨ ਤੁਸੀਂ ਸ਼ਾਇਦ ਜੰਮੂ ਕਸ਼ਮੀਰ ਨਾਲ ਕੰਪੇਅਰ ਕਰੋ ਤਾਂ ਮੈਂ ਮੰਨ ਸਕਦਾ ਵੀ ਕਈ ਮਹੀਨੇ ਉੱਥੇ ਇੰਟਰਨੈਟ ਨਹੀਂ ਹੈ, ਕਿੰਨੇ ਕੰਮ ਖੜਦੇ ਹੋਣਗੇ। ਪਰ ਇਹ ਕੁਝ ਦਿਨਾਂ ਲਈ, ਕੁਝ ਘੰਟਿਆਂ ਲਈ ਜਦੋਂ ਇਹੋ ਜਿਹੇ ਕਰਫਿਊ ਲੱਗਦੇ ਨੇ, ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਇਸ ਲਈ ਵੀ ਦੇ ਸਕਦਾ ਕਿ ਜਦੋਂ ਬਾਬਾ ਰਾਮ ਰਹੀਮ, ਜਿਹੜਾ ਪੰਚਕੂਲੇ ਨਾ, ਚੰਡੀਗੜ੍ਹ ਦੇ ਜਿਹੜੇ ਪੰਚਕੂਲਾ ਸ਼ਹਿਰ ਹੈ ਹਰਿਆਣੇ ਦਾ, ਉੱਥੋਂ ਜਦੋਂ ਕੈਪਚਰ ਹੋਇਆ, ਉੱਥੇ ਸ਼ਾਇਦ 24 ਕੇ 48 ਸ਼ਾਇਦ 72 ਘੰਟਿਆਂ ਲਈ ਇੰਟਰਨੈਟ ਬੰਦ ਹੋਇਆ ਸੀਗਾ। ਮੈਂ ਉਸ ਵੇਲੇ ਆਪ ਐਜ਼ ਅ ਰਿਪੋਰਟਰ ਘਟਨਾਕ੍ਰਮ ਤੇ ਸੀਗਾ। ਮੈਂ ਉਹਨਾਂ ਦਿਨਾਂ 'ਚੋਂ ਪੂਰੇ ਇਵੈਂਟ ਨੂੰ ਕਵਰ ਕੀਤਾ ਹੈ ਨਾ, ਬਿਲਕੁਲ ਉੱਥੇ ਜਾ ਕੇ ਕਵਰ ਕੀਤਾ ਹੈ। ਸੋ ਮੈਂ ਇਸ ਦੀ ਇੰਪੋਰਟੈਂਸ ਬਹੁਤ ਤਰੀਕੇ ਨਾਲ ਸਮਝ ਸਕਦਾ। ਜਿਹੜੇ ਲੋਕੀ ਸ਼ਾਇਦ ਉਸ ਏਰੀਆ ਤੋਂ ਤੁਸੀਂ ਜਿੰਨੇ ਦੂਰ ਹੁੰਦੇ ਜਾਓਗੇ ਤੁਹਾਨੂੰ ਇਹ ਅਸੁਵਿਧਾ ਜ਼ਿਆਦਾ ਲੱਗੂਗੀ, ਪਰ ਜਿਹੜੇ ਪੰਚਕੂਲਾ ਦੇ ਲੋਕ ਸੀਗੇ, ਸਪੈਸ਼ਲੀ ਜਿਹੜੇ 4 ਤੇ 12 ਸੈਕਟਰ ਜਿਹੜਾ ਉਹ ਏਰੀਆ ਸੀਗਾ, ਉਸ ਚੁਰਾਹੇ ਦੇ ਆਸ-ਪਾਸ ਸੀਗੇ, ਉਹਨਾਂ ਨੂੰ ਪਤਾ ਹੈ ਕਿ ਜਿੰਨੀਆਂ ਅਫਵਾਹਾਂ ਹੋਰ ਫੈਲਦੀਆਂ ਉਹਦੇ ਨਾਲ ਹੋਰ ਜ਼ਿਆਦਾ ਨੁਕਸਾਨ ਹੁੰਦਾ। ਇਸ ਕਰਕੇ ਇੰਟਰਨੈਟ ਨੇ ਬਹੁਤ ਕੁਝ ਬਚਾਇਆ ਵੀ ਹੈ ਉੱਥੇ ਇੰਟਰਨੈਟ ਬੰਦ ਹੋਣ ਦੇ। ਚਲੋ, ਇਹ ਤੁਹਾਡੀ ਗੱਲ ਮੈਂ ਮੰਨ ਲਈ, ਕਿਉਂਕਿ ਤੁਸੀਂ ਆਪ ਇਸ ਚੀਜ਼ ਨੂੰ ਪਿੰਡੇ ਤੇ ਹੰਢਾਇਆ। ਪਰ ਹੁਣ ਦੂਸਰੀ ਗੱਲ ਹੋਰ ਵੀ ਹੈ ਨਾ, ਤੁਸੀਂ ਕਿਹਾ ਕਿ ਇਹਦੇ ਬਿਨਾਂ ਸਰ ਸਕਦਾ। ਹੁਣ ਕਈ ਬਿਜ਼ਨਸ ਟ੍ਰਾਂਜੈਕਸ਼ਨਸ ਇਦਾਂ ਦੀਆਂ ਹੈਗੀਆਂ ਜਿਹੜੀਆਂ SMS ਤੋਂ ਬਿਨਾਂ ਹੋ ਹੀ ਨਹੀਂ ਸਕਦੀਆਂ। ਠੀਕ ਹੈ, ਮੋਬਾਈਲ ਇੰਟਰਨੈਟ ਬੰਦ ਹੈ, SMS ਸੁਵਿਧਾ ਵੀ ਬੰਦ ਹੈ। ਤੁਸੀਂ ਬੈਂਕ ਅਕਾਊਂਟ ਦੇ ਵਿੱਚ ਲੌਗਇਨ ਹੀ ਕਰਨਾ ਹੋਵੇ, ਕਿਵੇਂ ਕਰੋਗੇ? OTP ਨਹੀਂ ਆਉਂਦਾ, ਤੁਸੀਂ ਬੈਂਕ ਅਕਾਊਂਟ 'ਚ ਲੌਗਇਨ ਨਹੀਂ ਕਰ ਸਕਦੇ। ਤੁਸੀਂ ਟ੍ਰਾਂਜੈਕਸ਼ਨ ਸਪੋਜ਼ ਕਰ ਲਓ ਕਿਸੇ ਦੇ ਦਾਖਲੇ ਦੀ ਆਖਰੀ ਫੀਸ ਭਰਨ ਦੀ ਆਖਰੀ ਤਰੀਕ ਹੈ, ਕਿਵੇਂ ਭਰੋਗੇ? ਕੋਈ ਫਾਰਮ ਭਰਨ ਦੀ ਆਖਰੀ ਤਰੀਕ ਹੈ, ਤੁਸੀਂ ਪੇਮੈਂਟ ਕਰਨੀ ਹੈ, ਕਿਵੇਂ ਕਰੋਗੇ? ਉਹ ਸਾਰੀਆਂ ਚੀਜ਼ਾਂ ਵੀ ਤਾਂ ਕੀ ਉਹਨਾਂ ਦੀਆਂ ਆਖਰੀ ਤਰੀਕਾਂ ਵਧਾਈਆਂ ਜਾਣਗੀਆਂ?
ਕਿਉਂਕਿ ਇਹ ਇੱਕ ਲੋਕਲਾਈਜ਼ਡ ਪ੍ਰੋਬਲਮ ਹੈਗੀ ਹੈ। ਜੇ ਨੈਸ਼ਨਲ ਲੈਵਲ ਦੇ ਉੱਤੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਬੰਦਾ ਮੰਨ ਲਓ ਆਇਲਸ ਦੀ ਫੀਸ ਹੀ ਭਰਨ ਲੱਗਿਆ ਸੀਗਾ, ਉਹ ਨਹੀਂ ਭਰ ਪਾਊਗਾ। ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਇੰਟਰਨੈਟ ਸੁਵਿਧਾ ਬੰਦ ਹੈਗੀ ਹੈ, ਉਸ ਜਗ੍ਹਾ ਦੇ ਉੱਤੇ ਬੈਂਕ ਟ੍ਰਾਂਜੈਕਸ਼ਨ ਤੇ ਬਹੁਤ ਸਾਰੀਆਂ ਵੱਡੀਆਂ ਬਿਜ਼ਨਸ ਟ੍ਰਾਂਜੈਕਸ਼ਨਸ ਜਿਹੜੀਆਂ ਹੈਗੀਆਂ ਉਹ ਬੁਰੀ ਤਰ੍ਹਾਂ ਨਾਲ ਇਫੈਕਟ ਹੋ ਰਹੀਆਂ ਹੈਗੀਆਂ। ਬਿਜ਼ਨਸਮੈਨ ਜਿਹੜੇ ਹੈਗੇ ਆ ਉਹ ਵੀ ਜਿਹੜੇ ਹੈਗੇ ਇਸ ਚੀਜ਼ ਨਾਲ ਸਫਰ ਕਰ ਰਹੇ ਆ। ਬਿਲਕੁਲ, ਦੇਖੋ ਤੁਹਾਡਾ ਸੁਣਨ ਨੂੰ ਪੁਆਇੰਟ ਠੀਕ ਹੈ, ਪਰ ਮੈਂ ਯਾਦ ਦਿਲਾ ਦੇਵਾਂ ਕਿ ਵਾਈਫਾਈ ਚੱਲ ਰਿਹਾ। ਇਹ ਫੋਨਾਂ ਦੇ ਜਿਹੜੇ 4G 3G ਨੈਟਵਰਕ ਜਿਨ੍ਹਾਂ ਕੋਲ ਹੋਣਗੇ ਤੇ SMS ਸਰਵਿਸ ਬੰਦ ਹੈ। ਬਿਲਕੁਲ OTP ਨਹੀਂ ਆਉਣਗੇ, ਅਸੁਵਿਧਾ ਹੈਗੀ ਹੈ, ਪਰ ਇੱਕ ਵਾਰ-ਵਾਰ ਮੈਂ ਕਹਿੰਦਾ ਆਲਟਰਨੇਟਿਵ ਹੁੰਦੇ ਨੇ। ਹਾਂ, ਘਰੇ ਬੈਠੇ ਜਿਹੜੀ ਸੌਖ ਹੈ ਇਹਨਾਂ ਕੰਮਾਂ ਦੀ ਉਹ ਘਟ ਗਈ, ਪਰ ਅਸੀਂ ਹਜੇ ਵੀ ਬੈਂਕ 'ਚ ਜਾ ਕੇ ਫੀਸ ਭਰ ਸਕਦੇ ਹਾਂ, ਸਾਈਬਰ ਕੈਫੇਆਂ ਤੇ ਜਾਂ ਕਿਤੇ ਵਾਈਫਾਈ ਹੈ ਜਿੱਥੇ ਉਹ ਜਾ ਕੇ ਆਲਟਰਨੇਟਿਵ ਹੈ। ਦੂਜੀ ਗੱਲ, ਜੇ ਐਵੇਂ ਦਾ ਆਪਸ਼ਨ ਨਾ ਵੀ ਹੋਵੇ, ਵਾਈਫਾਈ ਵੀ ਬੰਦ ਹੋਵੇ, ਮੇਰੀ ਦਲੀਲ ਪਰਸਨਲੀ ਇਹੀ ਹੈ ਕਿ ਇਨਸਾਨੀ ਜ਼ਿੰਦਗੀ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸੋ ਜੇ ਇਹਦੇ ਨਾਲ ਇੱਕ ਵੀ ਜਾਨ ਬਚਦੀ ਹੈ ਨਾ, ਮੈਂ ਕਹਿੰਦਾ ਸ਼ਾਇਦ ਕਿਸੇ ਪਿੰਡ ਵਿੱਚ ਅਫਵਾਹ ਫੈਲਣ ਨਾਲ ਜੇ ਕੋਈ ਦੰਗੇ ਹੋਣੇ ਸੀ, ਕਿਸੇ ਦੇ ਸੱਟਾਂ ਲੱਗਣੀਆਂ ਸੀ, ਜੇ ਉਹ ਇਸ ਨਾਲ ਬਚਦੀਆਂ ਨੇ ਤਾਂ ਮੈਂ ਉਹਦੇ ਫੇਰ ਵੀ ਹੱਕ ਵਿੱਚ ਹਾਂ। ਨਹੀਂ, ਇਸ ਗੱਲ ਲਈ ਮੈਂ ਵੀ ਬਿਲਕੁਲ ਤੁਹਾਡੇ ਨਾਲ ਖੜਾ ਹਾਂ ਜੀ ਕਿ ਸਾਡੇ ਪੰਜਾਬੀਆਂ ਦੀ, ਸਾਡੇ ਸਾਰੇ ਹਿੰਦੁਸਤਾਨ ਦੀ, ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ। ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਬੰਦੇ ਦੀ ਜਾਨ ਕਿਸੇ ਅਯਾਈ ਕਿਸੇ ਕਾਰਨ ਨਹੀਂ ਜਾਣੀ ਚਾਹੀਦੀ, ਕਿਸੇ ਲਾਪਰਵਾਹੀ ਦੇ ਚੱਲਦਿਆਂ ਨਹੀਂ ਜਾਣੀ ਚਾਹੀਦੀ। ਪਰ ਇੱਕ ਹੋਰ ਵੀ ਸਵਾਲ ਖੜਾ ਹੁੰਦਾ ਹੈ ਜਿਹੜਾ ਕਿ ਮੈਂ ਕਈ ਲੋਕਾਂ ਦੇ ਹੋਰ ਵੀ ਜ਼ੁਬਾਨ ਤੋਂ ਸੁਣਿਆ। ਉਹ ਸਵਾਲ ਇਹ ਹੈ ਕਿ ਜੇ ਹੁਣ 2 ਦਿਨ ਜਾਂ 3 ਦਿਨ ਜਾਂ 4 ਦਿਨ ਜਿੰਨੇ ਦਿਨ ਵੀ ਇਹ ਇੰਟਰਨੈਟ ਸੇਵਾ ਬੰਦ ਰੱਖੀ ਜਾਂਦੀ ਹੈ, ਜਿਵੇਂ ਕਿ ਆਪਾਂ ਜਾਣਦੇ ਹਾਂ ਮੋਬਾਈਲ ਕੰਪਨੀਆਂ ਤਾਂ ਪਹਿਲਾਂ ਹੀ ਮਹੀਨਾ 28 ਦਿਨ ਦਾ ਰੱਖਿਆ ਹੋਇਆ, ਉਹ ਤਾਂ ਪਹਿਲਾਂ ਹੀ ਲੋਕਾਂ ਨੂੰ 2 ਜਾਂ 3 ਦਿਨ ਦਾ ਚੂਨਾ ਲਾਈ ਜਾਂਦੇ ਆ, ਤੇ ਜਿਹੜੇ 4 ਦਿਨ ਉਹ ਬੰਦ ਰੱਖਣਗੇ ਕੀ ਉਹਨਾਂ ਨੂੰ ਕੰਪਨਸੇਟ ਕਰਨਗੇ ਉਹ? ਦੇਖੋ, ਇਹ ਸਵਾਲ ਬੜਾ ਅੱਛਾ ਹੈ ਤੇ ਅਸੀਂ ਐਜ਼ ਅ ਕੰਜ਼ਿਊਮਰ ਬਿਲਕੁਲ ਇੱਥੇ ਸਫਰ ਕਰਦੇ ਹਾਂ ਕਿ ਸਾਡਾ ਰੈਗੂਲਰ ਖਰਚਾ ਹੈ, ਫੋਨ ਇੱਕ ਰੈਗੂਲਰ ਖਰਚਾ ਹੈ। ਪਰ ਮੈਨੂੰ ਲੱਗਦਾ ਮੋਬਾਈਲ ਕੰਪਨੀਆਂ ਦਾ ਜਵਾਬ ਇਹੀ ਹੋਊਗਾ ਕਿ ਯਾਰ ਉਨੇ ਦਿਨ ਦਾ ਤੁਸੀਂ ਇੰਟਰਨੈਟ ਬਚਾ ਵੀ ਤਾਂ ਰਹੇ ਹੋ, ਅੱਗੇ ਵਰਤ ਲਿਓ। ਪਰ ਮੈਨੂੰ ਲੱਗਦਾ ਇਹ ਇੱਕ ਵਾਰ ਫੇਰ ਇਹ ਇੰਨਾ ਵੱਡਾ ਮੁੱਦਾ ਨਹੀਂ ਹੈ। ਮੋਬਾਈਲ ਕੰਪਨੀਆਂ ਨਾਲੋਂ ਮੈਨੂੰ ਲੱਗਦਾ ਲੋਕਾਂ ਨੂੰ ਸਰਕਾਰਾਂ ਦੇ ਮਨਸੂਬਿਆਂ ਤੇ ਸ਼ੱਕ ਬੜਾ ਹੁੰਦਾ ਵੀ ਯਾਰ ਇਸ ਸਿਚੁਏਸ਼ਨ 'ਚ ਬੰਦ ਕਿਉਂ ਕੀਤਾ, ਉਦੋਂ ਤਾਂ ਕੀਤਾ ਨਹੀਂ ਸੀਗਾ। ਸੋ ਇਹ ਸਾਰੇ ਸਵਾਲ ਜ਼ਰੂਰ ਹੈਗੇ ਨੇ ਤੇ ਮੈਨੂੰ ਲੱਗਦਾ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਤੇ ਇਹ ਗੱਲ ਛੱਡਣ ਲੱਗਿਆ ਕਿ ਇੱਕ ਪਾਸੇ ਅਸੀਂ ਦੇਖਿਆ ਕਿ ਅਸੁਵਿਧਾ ਹੈ, ਬਹੁਤ ਲੋਕੀ ਤੰਗ ਹੋ ਰਹੇ ਨੇ, ਪਰ ਦੂਜੇ ਪਾਸੇ ਸੇਫਟੀ ਕੰਸਰਨਸ ਵੀ ਬੜੇ ਜ਼ਰੂਰੀ ਨੇ। ਸੋ ਕੀ ਇਹ ਇੰਟਰਨੈਟ ਨੂੰ ਬੰਦ ਕਰ ਦੇਣਾ ਸਹੀ ਤਰੀਕਾ ਹੈ, ਇਹਦਾ ਫਾਇਦਾ ਹੁੰਦਾ ਹੈ ਕਿ ਨਹੀਂ, ਇਹ ਤੁਸੀਂ ਕਮੈਂਟਸ ਵਿੱਚ ਜ਼ਰੂਰ ਦੱਸਿਓ। ਧੰਨਵਾਦ।